ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊंच भगवाना। तुमरी महिमा वर्ण ना साको, तू ठाकुर ऊंच भगवाना। सतनाम वाहिगुरु साहिब जियो। राग सूही महला चौथा छंत। कर पहला एक ओंकार सतगुर प्रसाद। सतगुर पुरख मिलाए अवगण विखना, गुण रमा बलराम जियो। सतगुर पुरख मिलाए अवगण विखना, गुण रमा बलराम जियो। आया लगन गणाए हृदय तन उमाहिया, बलराम जियो। पंडित बांधे आन पति बहवा चाइया, बलराम जियो। पति वाचाई मन वजी वधाई, जब साजन सुने करे आए। गुणी ज्ञानी बह मता पकाया, फेरे तत दिवाए। वर पाया पुरख अगम अगोचर, सद नवतन बाल सखाई। नानक कृपा कर कै मेले, विछुड़ कदे ना जाई। वर पाया पुरख अगम अगोचर, सद नवतन बाल सखाई। नानक कृपा कर कै मेले, विछुड़ कदे ना जाई। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी, गुरु पातशाह जी दी अपर अपार बख्शिश। शाम समय सत्संगत ਦਾ ਸਮਾਂ ਅਸੀਂ ਮਾਣ ਪਾ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਹੋ ਰਹੀ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ। ਚੱਲ ਰਹੇ ਛੰਤ ਵਿੱਚ 4 ਨੰਬਰ ਪਦੇ ਦੀ ਵਿਵੇਚਨਾ ਬੀਤੇ ਕੱਲ ਪ੍ਰਾਰੰਭ ਕੀਤੀ ਸੀ, ਕਿਉਂਕਿ ਵਿਸਥਾਰਕ ਰੂਪ ਵਿੱਚ ਬਾਤ ਕਰਦਿਆਂ ਸਮਾਂ ਹੋ ਗਿਆ ਸੀ। ਅੱਜ ਇਸ ਸਮੁੱਚੇ ਪਦੇ ਨੂੰ ਅਸੀਂ ਅਰਥਾਉਣ ਦਾ, ਵਿਆਖਿਆਉਣ ਦਾ ਯਤਨ ਕਰਾਂਗੇ। ਜੋ ਬਚਨ ਆ ਰਿਹਾ ਸੀਗਾ, ਆਇਆ ਲਗਨ ਗਣਾਏ ਹਿਰਦੈ ਤਨ ਉਮਾਹੀਆ, ਬਲਰਾਮ ਜੀਓ। ਮੈਂ ਉਸ ਗਿਵਨ ਜੋਗ੍ਰਾਫਿਕਲ ਏਰੀਆ ਐਂਡ ਕਲਚਰਲ ਸੈਟਿੰਗਸ ਦੇ ਵਿੱਚੋਂ ਆਪ ਜੀ ਦੇ ਸਾਹਮਣੇ ਉਸ ਮੈਟਾਫੋਰ ਨੂੰ ਐਕਸਪਲੇਨ ਕਰਨ ਦੀ ਟਰਾਈ ਕਰ ਰਿਹਾ ਸੀਗਾ, ਜਿਹਦੇ ਵਿੱਚ ਇਹ ਹੈ ਕਿ ਜਿਹੜਾ ਟ੍ਰੈਡੀਸ਼ਨਲ ਵਿਆਹ ਦਾ ਸਾਰਾ ਰੂਪ ਸੀਗਾ, ਉਹਦੇ ਵਿੱਚ ਜਦੋਂ ਲਗਨ ਦਾ ਸਮਾਂ ਆਉਂਦਾ ਸੀਗਾ, ਖਾਸ ਕਰਕੇ ਲਗਨ ਦਾ ਮਤਲਬ ਹੀ ਹੁੰਦਾ ਕਿਸੇ ਦੇ ਲੜ ਲੱਗਣਾ, ਉਸ ਰੂਪ ਵਿੱਚ। ਤੇ ਉਹ ਚੀਜ਼ ਜਿਹੜੀ ਹੈ, ਹਿਰਦੈ ਧਨ ਉਮਾਹੀਆ ਬਲਰਾਮ ਜੀਓ, ਜਿਹੜਾ ਗਿਣਿਆ ਮਿਥਿਆ ਦਿਨ ਸੀਗਾ ਜਦੋਂ ਆ ਗਿਆ ਉਹ, ਫਿਰ ਉਹ ਜਿਹੜੀ ਇਸਤਰੀ ਹੈ, ਬੱਚੀ ਹੈ, ਉਹਦੇ ਹਿਰਦੇ 'ਚ ਉਮਾਹ ਚਾਹ ਪੈਦਾ ਹੁੰਦਾ ਇਸ ਰੂਪ ਦੇ ਵਿੱਚ।
ਇਹਦਾ ਜਦੋਂ ਅਸੀਂ ਸਪਿਰਿਚੁਅਲ ਸਾਈਡ 'ਤੇ ਆ ਜਾਈਏ ਤਾਂ ਮੈਂ ਬੀਤੇ ਕੱਲ ਮਾੜੀ ਜਿਹੀ ਬਾਤ ਪਾਈ ਸੀਗੀ ਕਿ ਜੀਵਨ ਹੈ ਨੇ ਇੱਕ ਦਿਨ ਮੁੱਕਣਾ ਹੈ, ਇਹਦਾ ਮੁਕਾਮ ਹੈ ਇੱਕ। ਆਖਰਕਾਰ ਇਹ ਕਲਬੂਤ ਹਮੇਸ਼ਾ ਤੇ ਰਹਿਣਾ ਨਹੀਂਗਾ। ਇੱਥੇ ਤੇ ਭਗਤ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਜੇ 100 ਵਰਿਆਂ ਜੀਵਣਾ ਭੀਤਨ ਹੋਸੀ ਦੇਹ। ਇਹ ਜਿਹੜਾ ਸਰੀਰ ਆ ਇਹ ਅਲਟੀਮੇਟਲੀ ਇਹਨੇ ਬਿਨਸ ਜਾਣਾ ਹੈ। ਮੋਸਟਲੀ ਤੇ ਅਸੀਂ 2 ਡਿਜਿਟਸ ਦੇ ਵਿੱਚ ਏਜ ਜਿਹੜੀ ਹੈਗੀ ਉਹ ਭੋਗ ਕੇ ਚਲੇ ਜਾਂਦੇ ਹਾਂ, ਐਵਰੇਜ ਤੇ ਹੀ ਹੈਗੀ ਹੈ। ਕਿਤੇ ਕਿਤੇ ਕੋਈ 3 ਡਿਜਿਟ 'ਚ ਵੀ ਜਾਂਦਾ ਹੈ, ਮਤਲਬ 100 ਜਾਂ 100 ਕ੍ਰਾਸ ਕਰ ਜਾਂਦਾ ਹੈ। ਰੇਅਰਲੀ ਕੇਸਿਸ ਹੁੰਦੇ ਨੇ ਇਹੋ ਜਿਹੇ। ਭਗਤ ਫਰੀਦ ਜੀ ਨੇ ਕਿਹਾ ਕਿ ਜੇ ਕੋਈ 100 ਵਰੇ ਵੀ ਜੀ ਜਾਏ, ਮਤਲਬ ਇਕਾਈ ਦੇ 3 ਨੰਬਰਾਂ ਦੇ ਵਿੱਚ ਵੀ ਜਿਹੜਾ ਹੈਗਾ ਉਹ ਤਿਹਾਈਆਂ ਦੇ ਵਿੱਚ ਵੀ ਉਹਦਾ ਉਮਰ ਦਾ ਆંકੜਾ ਪੈ ਜਾਏ, ਪਰ ਇਹ ਥੋੜ੍ਹਾ ਕਿ ਜਾਣਾ ਨਹੀਂ ਹੋਏਗਾ, ਜਾਣਾ ਤੇ ਲਾਜ਼ਮੀ ਹੈ। ਪਰ ਇਹ ਉਸ ਜਾਣ ਦੇ ਸਮੇਂ ਬੰਦੇ ਦੀ ਮਨੋਦਸ਼ਾ, ਬੰਦੇ ਦੀ ਆਤਮਿਕ ਦਸ਼ਾ ਕੀ ਹੋਏਗੀ, ਇਹ ਬੜੀ ਵੱਡੀ ਗੱਲ ਹੈ। ਜਿਸ ਅਸੀਂ ਬਾਣੀ 'ਚ ਬਿਆਨ ਕਰਦੇ ਹਾਂ, ਸਭ ਕਹਿੰਦੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਜਦੋਂ ਸਮਾਂ ਆਉਣਾ ਆ, ਕਿਹੋ ਜਿਹਾ ਵਕਤ ਹੋਏਗਾ, ਕਿਹੋ ਜਿਹਾ ਸਮਾਂ, ਮੁਰਾਦ ਇਹੋ ਹੀ ਇਹਦੇ 'ਚੋਂ ਕਿ ਕਿਹੋ ਜਿਹੀ ਸਟੇਟ ਆਫ ਮਾਈਂਡ ਹੋਏਗੀ, ਕਿਹੋ ਜਿਹੀ ਆਤਮਿਕ ਦਸ਼ਾ ਹੋਏਗੀ। ਤੇ ਇਹ ਤਾਂ ਹੀ ਹੋ ਸਕਦੀ ਹੈ ਜੋ ਤਾ ਉਮਰ ਸਿਮਰਿਆ ਆ। ਜਦੋਂ ਉਮਰ ਦੇ ਉਸ ਪੜਾਅ 'ਤੇ ਹੋਣਾ ਹੈ, ਉਹ ਸਾਡੀ ਸੁਰਤ ਦਾ ਹਿੱਸਾ ਹੋਏਗਾ। ਇਸ ਲਈ ਗੁਰੂ ਸਾਹਿਬ ਇਹੋ ਜਿਹੇ ਸ਼ਬਦ ਸਾਨੂੰ ਯਾਦ ਕਰਾਉਂਦੇ, ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਬਲਬਲ ਅਵਤਰੈ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਉਹ ਜਿਹੜੀ ਉਹ ਹਾਲਤ ਹੈ ਉਹਦੇ ਵਿੱਚ ਮਤਲਬ ਬਦਤ ਲੋਚਨ ਤੇ ਨਿਰਮੁਕਤਾ ਪਿਤਾੰਬਰ ਵਾਂਕੇ ਹਿਰਦੈ ਬਸੈ। ਉਹ ਤੇ ਅਸਲ ਦੇ 'ਚ ਉਸ ਪਿਤਾ ਪਰਮੇਸ਼ਰ ਦਾ ਰੂਪ ਹੋ ਗਿਆ। ਪਰ ਹੋਇਆ ਕਦੋਂ? ਜਦੋਂ ਉਹਦੇ ਹਿਰਦੇ ਘਰ ਦੇ ਜਦੋਂ ਸੁਰਤ ਦਾ ਉਹ ਲੈਵਲ ਆ ਗਿਆ। ਸੋ ਉਹ ਹੈ ਕਿ ਉਸਨੇ ਇਸ ਜਿਹੜਾ ਆ ਮਟੀਰੀਅਲਿਸਟਿਕ ਵਰਲਡ ਵਿੱਚੋਂ, ਮਾਇਆ ਦੀ ਬਹਿਰੂਨੀ ਪਕੜ ਵਿੱਚੋਂ ਆਪਣੀ ਸੁਰਤ ਨੂੰ ਆਜ਼ਾਦ ਕਰ ਲਿਆ। ਜਿਹੜੀ ਬੱਚੀ ਨੂੰ ਪੇਕੇ ਘਰ ਦਾ ਬਹੁਤ ਮਲਾਲ ਹੋਏਗਾ, ਬੜਾ ਉਹਨੂੰ ਉਦਰੇਵਾਂ ਹੋਏਗਾ, ਬੜਾ ਉਹਦੇ ਨਾਲ ਆਪਣੇ ਆਪ ਨੂੰ ਜੁੜਾ ਕਰੇਗੀ, ਉਹ ਸਹੁਰੇ ਘਰ ਨਹੀਂ ਜਾ ਸਕੇਗੀ। ਅਲਟੀਮੇਟਲੀ ਸਭ ਨੇ ਸਹੁਰੀ ਵੱਜਣਾ। ਜੇ ਇੱਧਰੋਂ ਡਿਟੈਚਮੈਂਟ ਹੋਏਗੀ ਤਾਂ ਹੀ ਉੱਧਰ ਅਟੈਚਮੈਂਟ ਹੋਏਗੀ ਨਾ। ਜੇ ਉੱਧਰ ਦੀ ਚਾਹ ਹੋਏਗੀ, ਖੁਸ਼ੀ ਹੋਏਗੀ, ਤਾਂ ਹੀ ਬੰਦਾ ਉਸ ਪਾਸੇ ਨੂੰ ਪਾਏਗਾ। ਸੋ ਇਸ ਕਿਸਮ ਦੀ ਬਾਤ ਆ ਰਹੀ ਹੈ ਇਹਦੇ ਵਿੱਚ। ਇਹ ਹੈ ਕਿ ਜੀਵਨ ਜਿਉਂਦਿਆਂ ਜਿਉਂਦਿਆਂ ਉਸ ਲੈਵਲ 'ਤੇ ਆ ਜਾਏ ਜਿੱਥੇ ਜਾ ਕੇ ਪਤਾ ਹੋਏ ਕਿ ਓਕੇ ਜਿਹੜੀ ਚੀਜ਼ ਆ ਕਿ ਇਹ ਜੀਵਨ ਮੁਕਾਮੀ ਤੌਰ 'ਤੇ ਆ ਰਿਹਾ ਤੇ ਅਸੀਂ ਮੁੱਕਣ ਵਾਲੇ ਪਾਸੇ ਜਾ ਰਹੇ ਹਾਂ ਤੇ ਉਸ ਰੂਪ ਵਿੱਚ ਬਾਤ ਆ ਰਹੀ। ਤੇ ਇਹ ਨਹੀਂ ਕਿ ਇਹ ਕੋਈ ਆਤਮ ਦਹਨ ਜਾਂ ਉਸ ਕਿਸਮ ਦੀ ਗੱਲ ਆ। ਜੀਵਨ ਨੂੰ ਪਿਆਰ ਹੈ, ਸਨੇਹ ਹੈ। ਪਰ ਇਹ ਵੀ ਸੱਚਾਈ ਹੈ, ਫਿਜ਼ੀਕਲ ਡੈਥ ਇਕੱਲਾ ਇੱਥੇ ਡੈਥ ਨਹੀਂ ਹੁੰਦੀ। ਬੰਦਾ ਆਪਣੇ ਮਨ ਦੀਆਂ ਮਾੜੀਆਂ ਇੱਛਾਵਾਂ, ਖਾਹਿਸ਼ਾਂ, ਉਹਨਾਂ ਸਭ ਨੂੰ ਵੀ ਸੰਕੋਚਦਾ ਤੇ ਕਿਸੇ ਰੁਦਨ ਵਿੱਚ ਨਹੀਂ। ਜਿਵੇਂ ਗੁਰੂ ਸਾਹਿਬ ਦੀ ਬਾਣੀ 'ਚ ਸ਼ਬਦ ਪੜ੍ਹਦੇ ਹਾਂ, ਮਨ ਕਿਉਂ ਬੈਰਾਗ ਕਰੇਗਾ। ਚੀਜ਼ਾਂ ਬਾਰੇ ਬੰਦਾ ਬੈਰਾਗੀ ਹੋ ਜਾਂਦਾ ਕਈ ਵਾਰੀ। ਜਿਵੇਂ ਕਹਿੰਦੇ ਬੱਚਾ ਬੈਰਾਗ ਹੈ, ਕਾਹਦੇ ਵਾਸਤੇ ਬੈਰਾਗ ਹੈ? ਕਿਸੇ ਨੂੰ ਮਿਲਣ ਵਾਸਤੇ, ਕਿਸੇ ਖਾਸ ਪਦਾਰਥ ਨੂੰ ਖਾਣ ਵਾਸਤੇ, ਕਿਸੇ ਖਾਸ ਟੋਏ ਨੂੰ ਲੈਣ ਵਾਸਤੇ, ਖੇਡਣ ਵਾਸਤੇ। ਗੁਰੂ ਸਾਹਿਬ ਕਹਿੰਦੇ ਨਹੀਂ, ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਮਨਸਾ ਕਾ ਦਾਤਾ ਸਭ ਸੁਖ ਨਿਧਾਨ, ਅੰਮ੍ਰਿਤ ਸਰਸਦ ਹੀ ਭਰਪੂਰਾ। ਮੇਰੀਆਂ ਮਨਸਾ ਮੇਰੇ ਗੁਰੂ ਨਾਲ ਹੀ ਜੁੜ ਗਈਆਂ ਨੇ। ਬਹਿਰੂਨੀ ਮਨਸਾ ਜਿਹੜੀਆਂ ਨੇ ਇਹ ਕਾਬੂ ਆ ਰਹੀਆਂ ਨੇ। ਸੋ ਇਹ ਇੱਕ ਸਪਿਰਿਚੁਅਲ ਵਿਆਹ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਇਹ ਉਹਦੇ ਭਾਵ ਜਿਹੜੀ ਚੀਜ਼ ਨੂੰ ਆਖਰਕਾਰ ਗਿਣ ਮਿੱਥ ਕੇ ਬੰਦਾ ਆਪਣੀ ਸੁਰਤ 'ਚ ਪਾ ਲੈਂਦਾ। ਅਤੇ ਇਹ ਸਾਰੇ ਅਸੀਂ ਗੋਲ ਸੈੱਟ ਕਰਦੇ ਹਾਂ ਲਾਈਫ 'ਤੇ। ਕੋਈ ਗੋਲ ਸੈੱਟ ਕਰਦਾ ਓਕੇ ਮੈਂ ਜਿਹੜਾ 5 ਸਾਲਾਂ ਬਾਅਦ ਇੱਥੇ ਹੋਵਾਂਗਾ, 10 ਸਾਲਾਂ ਬਾਅਦ ਇੱਥੇ ਹੋਵਾਂਗਾ। ਸਪਿਰਿਚੁਅਲ ਸਾਈਡ ਤੋਂ ਬੰਦਾ ਗੋਲ ਸੈੱਟ ਕਰਦਾ। ਬੰਦਾ ਆਪਣੇ ਆਪ ਨੂੰ ਉਸ ਲੈਵਲ 'ਤੇ ਆਪਣੀ ਅਪਲਿਫਟਿੰਗ ਕਰਦਾ, ਆਪਣੇ ਆਪ ਨੂੰ ਬੈਟਰ ਬਣਾਉਂਦਾ, ਕੱਲ੍ਹ ਨਾਲੋਂ, ਅੱਜ ਨਾਲੋਂ, ਅਗਲੇ ਦਿਨ ਨਾਲ ਹੋਰ ਅੱਗੇ। ਮਤਲਬ ਇਸ ਤਰੀਕੇ ਨਾਲ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਆਇਆ ਲਗਨ ਗਣਾਏ ਹਿਰਦੈ ਧਨ ਉਮਾਹੀਆ ਬਲਰਾਮ ਜੀ। ਅਦਰਵਾਈਜ਼ ਆਪ ਦੇਖੋ ਲੋਕਾਂ ਦਾ ਜੀਵਨ ਬਸਰ ਕਰਦਿਆਂ ਹੋਇਆ, ਲੋਕਾਂ ਨੂੰ ਜਿਵੇਂ ਏਜ ਦਾ ਨੰਬਰ ਹਾਈ ਹੁੰਦਾ ਆ ਥੋੜ੍ਹਾ ਥੋੜ੍ਹਾ, ਬੰਦੇ ਦੇ ਵਿੱਚ ਜਿਵੇਂ ਮਿਡਲ ਏਜ ਸਿੰਡਰਮ ਕਹਿੰਦੇ ਨੇ, ਹੋਰ ਇਹੋ ਜਿਹੀਆਂ ਚੀਜ਼ਾਂ,
ਕੀ ਹੋਇਆ ਹੋਇਆ ਇਹ ਹੈ ਕਿ ਨੰਬਰ ਵੱਧ ਰਿਹਾ ਜਿਹਦੇ 'ਚ ਹੋ ਰਿਹਾ ਵੀ ਜੋਬਨ ਤੇ ਗਿਆ ਵਡੇਪਾ ਆ ਰਿਹਾ। ਜਿਹਨੂੰ ਕਿਹਾ ਜੋਬਨ ਘਟਾ ਜਰੂਆ ਜਿਣਾ, ਮਤਲਬ ਹੁਣ ਤੇ ਉਹ ਤੇ ਜਿੱਤਦਾ ਲਗਾ ਹੁੰਦਾ, ਉਹ ਤੇ ਜੋ ਮਰਜ਼ੀ ਕਰ ਲਵਾਂ ਮੈਂ, ਮੇਰੇ ਕੇਸਾਂ ਦਾ ਰੰਗ ਤੇ ਪਲਟ ਰਿਹਾ ਆ, ਮੇਰੇ ਚਿਹਰੇ ਦੇ ਜਿਹੜਾ ਹੈਗਾ ਉਹ ਗਲੋਰੀ ਖਤਮ ਹੋ ਰਹੀ ਹੈ, ਮੇਰੀਆਂ ਅੱਖਾਂ ਦੇ ਤਾਬ ਖਤਮ ਹੋ ਰਹੀ ਹੈ, ਮੇਰੇ ਸਰੀਰ ਵਿੱਚ ਉਹੋ ਜਿਹਾ ਮੋੜ ਘੋੜ ਕਰਨ ਦੀ ਤਾਕਤ ਨਹੀਂ ਰਹਿ ਗਈ। ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ, ਤੇ ਬੰਦਾ ਇਹਦੇ ਨਾਲ ਬੜਾ ਅਟੈਚਡ ਆ। ਬੰਦੇ ਨੂੰ ਤਾਂ ਜਦੋਂ ਲੱਗਦਾ ਵੀ ਉਹ ਸੱਚੀ ਇਹ ਹੋ ਰਿਹਾ ਆ, ਉਹਨੂੰ ਤੇ ਰੁਦਨ ਆਉਂਦਾ ਆ, ਵੇਦਨ ਆਉਂਦੀ ਹੈ, ਚਾਅ ਕਿੱਥੇ ਆਉਂਦਾ। ਐਵੇਂ ਹੀ ਹੈ ਜਿਵੇਂ ਵਿਆਹ ਦਾ ਦਿਨ ਨੇੜੇ ਆ ਰਿਹਾ ਤੇ ਬੱਚੀ ਨੂੰ ਅਫਸੋਸ ਹੋ ਰਿਹਾ ਕਿ ਹੋ ਮੈਂ ਤੇ ਘਰ ਛੱਡ ਜਾਣਾ ਹੈ ਮੈਨੂੰ, ਤੇ ਬਲਕਿ ਉਹਨੂੰ ਚਾਹ ਨਹੀਂ ਕਿ ਮੈਂ ਅੱਗੇ ਉਸ ਲੈਵਲ ਤੇ ਜਾਣਾ ਆ। ਉੱਥੇ ਨਹੀਂ ਉਮਾਹੀ ਆ, ਫਿਰ ਉੱਥੇ ਤੇ ਸੱਚਾਈ ਹੈ, ਉੱਥੋਂ ਫਿਰ ਉਸ ਸੁੱਖ ਵਾਲੇ ਪਾਸੇ ਵੀ ਨਹੀਂ ਪ੍ਰਾਪਤੀ ਹੁੰਦੀ ਜਿਹੜੀ ਬਚਨ ਇਹਦੇ 'ਚ ਆ ਰਿਹਾ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ ਭਗਤ ਫਰੀਦ ਜੀ ਦਾ, ਉਹ ਕਹਿੰਦੇ ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹੁ ਪ੍ਰੀਤ ਨਾ ਜਾਏ। ਜੋਬਨ ਜਾਂਦੇ ਨਾ ਡਰਾਂ, ਮੈਨੂੰ ਜੋਬਨ ਜਾਣ ਦਾ ਕੋਈ ਡਰ ਨਹੀਂਗਾ। ਕਿਉਂ? ਕਿਉਂਕਿ ਸ਼ਹੁ ਦੀ ਪ੍ਰੀਤ ਜੇਕਰ ਮੇਰੇ ਹੱਥੋਂ ਨਹੀਂ ਜਾਂਦੀ ਤੇ ਇਹ ਜਿਹੜਾ ਜ਼ਿਕਰ ਆਇਆ ਹੈ, ਸਾਹਿਬ ਕਹਿੰਦੇ ਆਇਆ ਲਗਨ ਗਨਾਏ ਹਿਰਦੈ ਤਨ ਉਮਾਹੀਆ ਬਲਰਾਮ ਜੀਓ। ਹਿਰਦੇ ਦੇ ਵਿੱਚ ਧਨ ਜਿਹੜੀ ਹੈ ਉਹ ਉਮਾਹ ਗਈ, ਉਹਦੇ 'ਚ ਇਹ ਚੀਜ਼ ਬਣ ਗਈ, ਭਾਵ ਉਹਨੂੰ ਫਿਰ ਇਸ ਜਾਣ ਦਾ, ਇਸ ਡਿਟੈਚਮੈਂਟ ਦਾ ਕੋਈ ਦੁੱਖ ਨਹੀਂਗਾ, ਬਲਕਿ ਸੁੱਖ ਆ, ਖੁਸ਼ੀ ਹੈ ਵੀ ਠੀਕ ਹੈ ਮੈਂ ਅਗਲੇ ਪਾਸੇ ਪ੍ਰਵੇਸ਼ ਪਾ ਰਹੀ ਹੈਗੀਆਂ। ਅਗਲਾ ਬਚਨ ਹੈ ਪੰਡਿਤ ਪਾਂਧੇ ਆਣ ਪੱਤੀ ਬਹਿਵਾ ਚਾਈਆ ਬਲਰਾਮ ਜੀ। ਪੰਡਿਤ ਪਾਂਧੇ, ਮੈਂ ਬੀਤੇ ਕੱਲ ਬੜੀ ਡਿਟੇਲ 'ਚ ਬਾਤ ਕੀਤੀ, ਜਦੋਂ ਪੱਤਰੀ ਆਵਾਜ਼ ਕਰਦਾ ਆ ਕੇ ਤੂੰ ਮਹੂਰਤ ਤੇ ਸਭ ਚੀਜ਼ਾਂ ਦੇ ਉੱਤੇ, ਜੇ ਇਹਨੂੰ ਸਪਿਰਿਚੁਅਲ ਸਾਈਡ ਤੋਂ ਲਾਈਏ, ਪੰਡਿਤ ਪਾਂਧੇ ਆਣ ਪੱਤੀ ਬਹਿਵਾ ਚਾਈਆ। ਪੰਡਿਤ ਜਦੋਂ ਇੱਕ ਪੁਜਾਰੀ ਸ਼੍ਰੇਣੀ 'ਚ ਚਲੇ ਜਾਂਦੇ ਹਾਂ, ਜਦੋਂ ਇੱਕ ਪ੍ਰੀਸਟਹੁੱਡ ਦੀ ਬਾਤ ਕਰਦੇ ਹਾਂ, ਜਦੋਂ ਅਸੀਂ ਇੱਕ ਇਹੋ ਜਿਹੇ ਕਲਟ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਗੁਰੂ ਸਾਹਿਬ ਬਿਆਨ ਕਰਦੇ ਕਿ ਉਹਦੀ ਹਾਲਤ ਕੁਝ ਇਸ ਕਿਸਮ ਦੀ ਹੈ ਕਿ ਗਜ ਸਾਢੇ ਤਹਿ ਤੂਤੀਆਂ ਗਲ ਲੋਟੇ ਹੱਥ ਨੀ ਬਗ, ਗਲੀ ਜਿੰਨੀ ਜਪਮਾਲੀਆਂ ਲੋਟੇ ਹੱਥ ਨੀ ਬਗ, ਉਹ ਹਰ ਕੇ ਸੰਤ ਨਾ ਆਖੀਆਂ ਬਾ ਨਾਰਸ ਕੇ ਠੱਗ। ਜਿਹੜਾ ਉਹ ਸ਼ਬਦ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਭਗਤ ਜੀ ਨੇ, ਤੇ ਉਹਦੇ 'ਚ ਜ਼ਿਕਰ ਕੀ ਹੈ ਕਿ ਜਿਹੜਾ ਅਹਿਸਾਸ ਕਰਾਇਆ ਵੀ ਗਜ ਸਾਢੇ ਤਹਿ ਧੋਤੀਆਂ ਤਿਹਰੇ ਪਾਇਨ ਤੱਗ। ਹੁਣ ਜਿਹੜੇ ਉਹ ਤਿਹਰੇ ਪਾਇਨ ਤੱਗ, ਮਤਲਬ ਜਿਹੜੇ ਤੱਗ ਪਾਉਣੇ ਨੇ ਉਹ ਤੇ ਉਹੀ ਪਾਉਣਗੇ, ਇਹੋ ਜਿਹੀ ਸ਼੍ਰੇਣੀ ਪਾਏਗੀ ਤੀਰੀਆਂ ਤੰਦਾਂ ਵਾਲੇ ਸਰੂਪ ਦੇ ਵਿੱਚ। ਸੋ ਉਹ ਸਾਰੇ ਦਾ ਸਾਰਾ ਕੀ ਹੈ, ਉਹਦਾ ਕਾਰਜ ਹੁੰਦਾ ਕਿ ਮੁੱਖ ਝੂਠ ਪਿਭੂਖਣ ਸਾਰੰਗ ਗਲਮਾਲਾ ਤਿਲਕ ਲਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਜੇ ਜਾਣਸ ਬ੍ਰਹਮੰਗ ਕਰਮੰਗ ਸਫੋਕਟ ਨਿਸ਼ਚੋ ਕਰਮੰਗ। ਮਤਲਬ ਝੂਠ ਹੀ ਬੋਲੀ ਜਾ ਰਿਹਾ, ਝੂਠ ਹੀ ਬੋਲੀ ਜਾ ਰਿਹਾ, ਪਰ ਇਤਨੇ ਵਾਜਬ ਢੰਗ ਨਾਲ ਇੰਨਾ ਸ਼ਿੰਗਾਰ ਕੇ ਬੋਲਦਾ ਕੋਈ ਫੜ ਹੀ ਨਹੀਂ ਸਕਦਾ, ਕਿਉਂਕਿ ਮੁੱਖ ਝੂਠ ਪਿਭੂਖਣ ਸਾਰੰਗ, ਝੂਠ ਬੋਲਦਾ ਪਰ ਐਸੇ ਉਹਨੂੰ ਪਿਭੂਖਣ ਪਵਾ ਦਿੰਦਾ, ਮਤਲਬ ਹੱਥਾਂ ਤੇ ਸਰੋਂ ਜਮਾਈ ਜਾਂਦਾ, ਝੂਠ ਹੀ ਬੋਲੀ ਜਾਂਦਾ ਸਾਰੇ ਗੱਲ ਦੇ ਉੱਤੇ। ਇੱਕ ਤੇ ਉਹ ਪੰਡਤ ਹੈ, ਉਹ ਪੰਡਤਾਊ ਪੁਣਾ ਨੋ ਡਾਊਟ ਭਾਰਤੀ ਖਿੱਤੇ ਦੇ ਵਿੱਚ ਇੱਕ ਸ਼੍ਰੇਣੀ ਦਾ ਰਿਹਾ। ਹੌਲੀ ਹੌਲੀ ਸ਼੍ਰੇਣੀਆਂ ਬਦਲੀਆਂ। ਤੁਹਾਨੂੰ ਅੱਜ ਵੀ ਤੁਹਾਨੂੰ ਧਾਰਮਿਕ ਦੁਨੀਆ 'ਚ ਇਹੋ ਜਿਹੇ ਲੋਕ ਮਿਲ ਜਾਣਗੇ, ਵੱਡੇ ਵੱਡੇ ਡੇਰਿਆਂ ਦੇ ਕਲਟ ਖੜੇ ਨੇ। ਮਤਲਬ ਰੀਸੈਂਟਲੀ ਤਾਂ ਬਹੁਤ ਸਾਰੀਆਂ ਚੀਜ਼ਾਂ ਨਸ਼ਰ ਹੋ ਗਈਆਂ, ਇੰਨੀ ਪ੍ਰੋਪਰਟੀ, ਪੂਰੇ ਦਾ ਪੂਰਾ ਮਾਫੀਆ ਖੜਾ ਕਰ ਲਿਆ। ਮੁੜ ਕੇ ਜਦੋਂ ਕੁਰੇਦਿਆ ਤੇ ਸਪਿਰਿਚੁਅਲ ਸਾਈਡ ਤੋਂ ਤੇ ਕਈ ਕੁਛ ਨਿਕਲਣਾ ਸੀਗਾ, ਦੁਨੀਆਦਾਰੀ ਦੇ ਪੱਖ ਜਿੰਨੀ ਵੀ ਸਮਝ ਸੋਝੀ ਨਹੀਂ ਹੈਗੀ ਭਾਈ ਉਹਦਾ ਕੀ ਕਰੋਗੇ। ਇਹ ਮੁੱਖ ਝੂਠ ਪਿਭੂਖਣ ਸਾਰੰਗ ਸੀਗਾ, ਹਾਂ ਵਿਖਾਵੇ ਦੇ ਵਿੱਚ ਗਲਮਾਲਾ ਤਿਲਕ ਲਲਾਟੰਗ ਸੀਗਾ, ਦੋ ਧੋਤੀ ਬਸਤਰ ਕਪਾਟੰਗ ਸੀਗਾ। ਤੇ ਉਹ ਜਿਹੜਾ ਬ੍ਰਹਮ ਕਰਮ ਹੁੰਦਾ ਉਹਦਾ ਤੇ ਨੇੜੇ ਤੇੜੇ ਵੀ ਅਹਿਸਾਸ ਨਹੀਂ ਹੈਗਾ। ਸਿੱਖ ਤੇ ਉਹ ਪੰਡਤਾਊ ਪੁਣਾ ਜਿਹੜਾ ਉਹਦੀ ਬਾਤ ਕੀਤੀ ਗਈ। ਪਰ ਨਾਲ ਦੀ ਨਾਲ ਇੱਕ ਪੰਡਤ ਵਿਦਵਤਾ ਦਾ ਪ੍ਰਤੀਕ ਵੀ ਹੈ, ਜਿਹਦੇ ਵਿੱਚ ਜਿੰਨੇ ਗਿਆਨ ਦੀ ਪੰਡ ਬੰਨ ਲਈ ਹੈ, ਜਿਹਦੇ ਕੋਲ ਉਹ ਚੀਜ਼ ਆ ਗਈ ਹੈ ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ ਕਿ पंडित सो जो मन पर बोध है, राम नाम आत्म में शोध है, उस पंडित को सदा आदेश। ਉਹਦੀ ਬਾਤ ਹੋ ਰਹੀ ਹੈ ਇੱਥੇ। ਬਚਨ ਆਇਆ ਪੰਡਿਤ ਪਾਂਧੇ ਆਣ ਪੱਤੀ ਬਹਿਵਾ ਚਾਈਆ। ਪੱਤਰੀ ਜਿਹੜੀ ਹੈ ਉਹ ਵਾਚ ਕਰਨੀ। ਹੁਣ ਪੱਤਰੀ ਐਕਚੁਅਲ ਲੈਵਲ ਤੇ ਇੱਕ ਤੇ ਪੰਜਾਬੀ ਦਾ ਪੱਤਰੇ ਵਾਚ ਜਾਣਾ, ਭੱਜ ਜਾਣਾ, ਮਤਲਬ ਦੌੜ ਜਾਣਾ, ਨੱਠ ਜਾਣਾ ਕਿਸੇ ਚੀਜ਼ ਤੋਂ। ਇੱਕ ਹੁੰਦਾ ਹੈ ਪੱਤਰੀ ਪੜ੍ਹ ਲੈਣੀ, ਮਤਲਬ ਲੋਕ ਕਈ ਵਾਰੀ ਕਹਿ ਵੀ ਦਿੰਦੇ ਪੰਜਾਬੀ ਜ਼ਬਾਨ ਦੇ ਵਿੱਚ ਕਿ ਆ ਭਾਈ ਤੈਨੂੰ ਫਲਾਣੇ ਨੇ ਪੜ੍ਹਾਇਆ ਭਾਈ ਚੰਗੀ ਤਰ੍ਹਾਂ, ਤੈਨੂੰ ਸਮਝਾਈ ਇਹ ਚੀਜ਼ ਦੱਸੀ ਹੈ।
ਜਦੋਂ ਕਿਸੇ ਸਿਆਣੇ ਸੁਹਿਰਦ ਸੱਜਣ ਨੇ ਮੈਨੂੰ ਇਹ ਚੀਜ਼ ਸਮਝਾ ਦਿੱਤੀ, ਪੜ੍ਹਾ ਦਿੱਤੀ, ਇਹ ਚੀਜ਼ ਦਰਸਾ ਦਿੱਤੀ। ਜਿਵੇਂ ਹੁਣ ਪੰਡਤ ਦਾ ਵੀ ਕਾਰਜ ਹੁੰਦਾ ਸੀਗਾ, ਉਹ ਬਕਾਇਦਾ ਤੌਰ 'ਤੇ ਪਰਿਵਾਰ ਨੂੰ, ਪੇਕੇ ਘਰ ਨੂੰ ਬੱਚੀ ਦੇ ਅਤੇ ਬੱਚੀ ਨੂੰ ਦੇ ਜ਼ਰੀਏ ਬਹੁਤ ਸਮਝਾ ਦਿੰਦਾ ਸੀਗਾ ਕਿ ਇਸ ਤੋਂ ਵਧੀਆ ਲਗਨ ਕੋਈ ਨਹੀਂ, ਵਰ ਕੋਈ ਨਹੀਂ, ਤੇਰੀ ਆਹ ਡਿਊਟੀ ਨੇ, ਆਹ ਇਹ ਸਭ ਚੀਜ਼ਾਂ। ਜਦੋਂ ਅਧਿਆਤਮੀ ਤਲ 'ਤੇ ਅਹਿਸਾਸ ਹੋ ਗਿਆ ਮਨੁੱਖ ਦੀ ਰੂਹ ਨੂੰ ਕਿ ਉਹ ਮਨਾ ਇਹ ਸੰਸਾਰ ਦੇ ਵਿੱਚ ਕੁਦਰਤ ਨੇ ਖੇਡ ਬਣਾਈ ਹੈ, 4 ਦਿਨਾਂ ਦਾ ਮੇਲਾ, ਇੱਥੇ ਰਹਿਣਾ ਆ, 4 ਦਿਨਾਂ ਬਾਅਦ ਇੱਥੋਂ ਵਿਦਾ ਹੋ ਜਾਣਾ ਹੈ, ਅਤੇ ਵਿਦਾਇਗੀ ਔਗਣਾਂ ਨਾਲ ਨਹੀਂ ਕਰਨੀ, ਵਿਦਾਇਗੀ ਬਦਦੁਆਵਾਂ ਨਾਲ ਨਹੀਂ ਕਰਨੀ, ਵਿਦਾਇਗੀ ਕਿਸੇ ਦੇ ਨਾਲ ਕੀਤੇ ਹੋਏ ਪਾਪਾਂ ਦੀ ਪੰਡ ਸਿਰ 'ਤੇ ਬੰਨ੍ਹ ਕੇ ਨਹੀਂ ਕਰਨੀ। ਵਿਦਾਇਗੀ ਕਰਨੀ ਹੈ ਸ਼ੁਭਤਾ ਦੇ ਨਾਲ, ਗੁਣਾਂ ਦੇ ਨਾਲ, ਆਲੇ ਦੁਆਲੇ ਦੀਆਂ ਅਸੀਸਾਂ ਦੇ ਨਾਲ। ਸੋ ਜਦੋਂ ਇਹ ਚੀਜ਼, ਇਹ ਦਾਜ ਬੰਦਾ ਪੱਲੇ ਬੰਨ ਰਿਹਾ ਹੋਏ, ਇਹ ਚੀਜ਼ ਰੂਹ ਦੇ ਵਿੱਚ ਆ ਰਹੀ ਹੈ, ਪੱਥਰੀ ਵਾਚੀ ਜਾਏ ਅਤੇ ਲਗਾਤਾਰ ਵਾਚੀ ਜਾਏ, ਇੱਕ ਦਿਨ ਨਹੀਂ। ਮਾਫੀ ਚਾਹਾਂਗਾ ਮੈਂ ਅਕਸਰ ਲਾਵਾਂ ਦੀ ਵਿਆਖਿਆ ਕਰਦਾ ਹਾਂ, ਆਪ ਨੂੰ ਪਤਾ ਹੈ, ਬੜਾ ਪਿਆਰ ਵੀ ਮਿਲਦਾ ਗੁਰਬਾਣੀ ਦੀ ਕਥਾ ਕਰਦੇ ਹਾਂ, ਸੰਗਤ ਬਹੁਤ ਇਸ ਰੂਪ ਵਿੱਚ ਹਮੇਸ਼ਾ ਸਤਿਕਾਰ ਕਰਦੀ ਹੈ, ਕੋਈ ਸ਼ੱਕ ਨਹੀਂ ਗਾ। ਪਰ ਕਈ ਵਾਰ ਇਹ ਵੀ ਹੁੰਦਾ ਕਿ ਜਦੋਂ ਖਾਸ ਕਰਕੇ ਵਿਵਾਹ ਵਗੈਰਾ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਹੋਏ, ਲਾਵਾਂ ਦੀ ਐਕਸਪਲੇਨੇਸ਼ਨ ਹੋਏ, ਸਮਟਾਈਮ ਪੀਪਲ ਰੀਅਲੀ ਐਕਚੁਅਲੀ ਐਪਰੀਸ਼ੀਏਟ ਇਟ, ਰੀਅਲੀ ਐਕਚੁਅਲੀ they have told me so many times, Bhai Sahab, that is, and people who might have actually involved in these kind of programs in their whole life, but specifically if they are participating in that day when I explained something, then they have mentioned it, Bhai Sahab, we never have heard like that. That is very actually great thing, you made my day. ਇਸ ਕਿਸਮ ਦੇ comments ਮੈਨੂੰ ਮਿਲਦੇ ਇਸ ਤਰੀਕੇ ਨਾਲ। ਫਿਰ ਕਈ ਵਾਰੀ ਉਹ ਵੀ ਕਹਿੰਦੇ, you know, this is really good for actually newlywed kids, they are getting really good messages। ਮੈਂ ਉਹਦੇ ਕਈ ਵਾਰ ਉਹਨਾਂ ਦੇ ਨਾਲ ਡਿਸਐਗਰੀ ਕਰਦਾ। ਮੈਂ ਕਹਿੰਦਾ ਜੇ ਕੱਲ੍ਹ ਨੂੰ ਵੀਡੀਓ ਮੂਵੀ ਵਗੈਰਾ ਜੇ ਬਣੀ ਹੈ, ਜੇ ਰਿਕਾਰਡ ਹੈਗਾ, ਜੇ ਇਹਨੂੰ ਪ੍ਰੈਫਰ ਕਰਨਗੇ, ਦੇਖਣਗੇ, ਫਿਰ ਤੇ ਪੱਲੇ ਪਏਗਾ। ਅੱਜ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਸੋਝੀ ਨਹੀਂ ਹੋਏਗੀ। ਤਾਂ ਕਈ ਵਾਰੀ ਕਹਿੰਦੇ ਵਾਈ ਆਰ ਯੂ ਸੇਇੰਗ ਇਟ। ਮੈਂ ਉਹਦਾ ਰੀਜ਼ਨ ਹੈ ਆ, ਜੇ ਹੁਣ ਵਿਆਹ ਦਾ ਪ੍ਰੋਗਰਾਮ ਹੀ ਹੈ, ਜਿੱਥੇ ਤੁਸੀਂ ਪ੍ਰੈਪਰੇਸ਼ਨ ਦੇਖੋ, ਮਤਲਬ ਕਿਸ ਰੰਗ ਦੇ ਕਲਰ ਕੋਡਿੰਗ ਹੋਣੀ ਹੈ, ਕਿਹੋ ਜਿਹੇ ਕੱਪੜੇ ਪਾਉਣੇ ਨੇ, ਕਿੰਨੇ ਪਾਉਣੇ ਨੇ, ਸਾਰਾ ਕਦੋਂ ਦੀ ਤਿਆਰੀ ਹੋ ਰਹੀ ਹੈ। ਫਿਰ ਇਕੱਲਾ ਇਹ ਨਹੀਂ, ਜਿਹੜੇ ਅੱਜ ਕੱਲ੍ਹ ਦੇ ਕੋਵਿਡ ਨੇ ਸਾਰਾ ਕੁਝ ਚਲੋ ਕਿਸੇ ਤਰੀਕੇ ਦੇ ਨਾਲ ਰੋਕਿਆ, ਅਦਰਵਾਈਜ਼ ਬੈਨਕੁਇਟ ਹਾਲ ਦੇ ਵਿੱਚ ਬੁਕਿੰਗ ਹੋਣੀ ਹੈ, ਕਿੰਨੇ ਪਹਿਲਾਂ ਵੜਨਾ ਆ, ਕਿੰਨੇ ਉਸ ਤੋਂ ਬਾਅਦ ਵੜਨਾ ਹੈ, ਸਲੋ ਡਾਂਸ ਕਿਵੇਂ ਕਰਨਾ ਹੈ, ਫਾਸਟ ਡਾਂਸ ਕਿਵੇਂ ਹੋਣਾ ਆ, ਅੱਜ ਇਹ ਸਾਰੀ ਚੀਜ਼ ਕਿੰਨੇ ਮਹੀਨਿਆਂ ਦੀ ਪ੍ਰੈਕਟਿਸ ਹੋ ਰਹੀ ਹੈ। ਜੋ ਜਸਟ ਉਹ ਫੰਕਸ਼ਨ ਆ ਜਸਟ ਫॉर ਫਿਊ ਆਵਰਸ। ਮੈਂ ਇਸੇ ਕਰਕੇ ਬੇਨਤੀ ਕਰਦਾ, ਮਾਫੀ ਚਾਹਾਂਗਾ, ਸਾਨੂੰ ਰੀਅਲ ਲਾਈਫ ਅਤੇ ਰੀਅਲ ਲਾਈਫ ਇਹਦੇ 'ਚ ਡਿਫਰੈਂਸ਼ੀਏਟ ਕਰਨਾ ਭੁੱਲ ਗਿਆ। ਇਤਨੀ ਜਿਹੜੀ ਇਹ ਰੀਅਲ ਲਾਈਫ ਦੇਖ ਲਈਏ, ਸਿਨੇਮਾ ਦੇਖ ਲਿਆ, ਆਪਣੀ ਜ਼ਿੰਦਗੀ ਨੂੰ ਸਿਨੇਮਾ ਬਣਾ ਲਿਆ, ਬਸ ਸਿਨੇਮਾ ਰਿਕਾਰਡ ਕਰ ਲਾਂਗੇ। ਜਦੋਂ ਘਰ ਦੇ ਵਿੱਚ ਇਹੋ ਜਿਹਾ ਮਾਹੌਲ ਬਣੇਗਾ, ਪਤੀ ਨੂੰ ਉਹਦੀ ਆਪਣੀ ਫਰਸਟ੍ਰੇਸ਼ਨ ਤੰਗ ਕਰੇਗੀ, ਪਤਨੀ ਦੀ ਐਕਸਪੈਕਟੇਸ਼ਨਸ ਮੀਟ ਨਹੀਂ ਹੋਣਗੀਆਂ, ਜੀਵਨ ਇਹ ਥੋੜ੍ਹਾ ਲਾਈਫ 'ਤੇ ਬੜੀ ਅਨਈਵਨ ਪਾਥ ਆਏਗਾ, ਬੜੇ ਬੰਪੀ ਮੂਵ ਜਿਹੜਾ ਹੈਗਾ ਮੂਵ ਆਉਣਗੇ। ਦੈਨ ਦੈਟ ਟਾਈਮ ਹਾਊ ਯੂ ਗਾਇਜ਼ ਗੋਨਾ ਡੀਲ ਵਿਦ ਇਟ, ਇਹਦੇ ਬਾਰੇ ਤਾਂ ਅਹਿਸਾਸ ਹੀ ਨਹੀਂ ਹੈਗਾ। ਸੋ ਸਾਰੇ ਬਾਰੇ ਪੱਤਰੀ ਸਮਾਂ ਰਹਿੰਦਿਆਂ ਵਾਚ ਕੀਤੀ ਜਾਏ, ਉਹਨੂੰ ਅਹਿਸਾਸੇ ਆ ਜਾਏ ਆਪਣੇ ਉਸ ਲੈਵਲ ਨੂੰ, ਕਿਉਂਕਿ ਜੇ ਉਸ ਰਿਸ਼ਤੇ ਦੀ ਅਸਲ 'ਚ ਉਸ ਐਸੈਂਸ ਨੂੰ ਇੰਜੋਏ ਕਰਨਾ ਹੈ ਤੇ ਜੇ ਜਸਟ ਜਿਹੜਾ ਆ ਢੋਲ ਹੀ ਕੁੱਟਣਾ ਹੈ ਤੇ ਫਿਰ ਤਾਂ ਠੀਕ ਹੈ ਭਾਈ, ਫਿਰ ਤੇ ਹਾਂ ਉਹ ਜਿਹੜੀ ਇੱਕ ਰੀਲ ਬਣਾ ਲਓ ਤੇ ਉਸ ਰੀਲ ਨੂੰ ਜਦੋਂ ਹੋਏਗਾ ਯਾਦ ਕਰ ਲਿਓ, ਫਿਰ ਥੋੜ੍ਹਾ ਬਹੁਤਾ ਹਿਰਦੇ ਦੇ 'ਚ ਮਲਾਲ ਲੈ ਲਿਓ ਵੀ ਹਾਂ ਬੜੀ ਖੁਸ਼ੀ ਸੀ ਭਾਈ, ਪਰ ਬਾਅਦ ਵਿੱਚ ਇਹ ਹੋ ਗਿਆ, ਇਹ ਹੋ ਗਿਆ। ਐਕਚੁਅਲ ਲੈਵਲ 'ਤੇ ਇਹ ਤਾਂ ਸਾਰਾ ਉਸ ਤਾਲੀਮ ਦਾ ਪੱਖ ਸੀਗਾ ਨਾ। ਇਸੇ ਚੀਜ਼ ਨੂੰ ਜਦੋਂ ਤੁਸੀਂ ਰੂਹਾਨੀ ਤੌਰ 'ਤੇ ਕਰਦੇ ਹੈਗੇ ਆ, ਜਿਵੇਂ ਜਿਵੇਂ ਬੰਦਾ ਸੰਸਾਰੀ ਤੌਰ 'ਤੇ ਅੱਗੇ ਵੱਧਦਾ ਆ, ਤੇ ਹਕੀਕਤ ਇਹ ਤੁਸੀਂ ਚਾਹੋ ਨਾ ਚਾਹੋ ਇਹ ਪੇਕਾ ਘਰ ਸਦਾ ਨਹੀਂ ਰਹਿਣਾ। ਬਚਪਨ ਤੁਸੀਂ ਜਿੰਨਾ, ਮੈਂ ਦੇਖਿਆ ਬੱਚੇ 15-15 ਸਾਲ ਦੇ ਹੁੰਦੇ, ਉਹ ਅਜੇ ਉਹਨਾਂ ਦੀ ਆਵਾਜ਼ ਮੈਚਿਓਰ ਹੋ ਰਹੀ ਹੈ ਤੇ ਉਹ ਇਮੈਚਿਓਰ ਵੋਇਸ 'ਚ ਗੱਲਾਂ ਕਰਨੀਆਂ ਲਾਈਕ ਕਰਦੇ। ਘਰ ਵਾਲੇ ਉਹਨਾਂ ਨੂੰ ਆਵਾਜ਼ ਦੇ ਕਹਿੰਦੇ ਐਵੇਂ ਕਿਉਂ ਕਰਦਾ, ਐਵੇਂ ਦੇ ਕੱਪੜੇ ਕਿਉਂ ਪਾਉਣਾ, ਕਿਉਂ? ਕਿਉਂਕਿ ਮੈਚਿਓਰਿਟੀ ਉਹਦੀ 'ਚ ਰਿਸਪੋਂਸੀਬਿਲਿਟੀ ਹੈ,
दैट इंडिविजुअल इज नॉट प्रिपेयर्ड फॉर दैट। बाकी बचपन मौज बड़ी है। ਤੁਸੀਂ ਦੇਖੋ ਬੱਚੇ ਨੂੰ ਜਦੋਂ ਸਕੂਲਿੰਗ ਸ਼ੁਰੂ ਕਰਾਈ ਜਾਂਦੀ ਹੈ ਉਹ 2-4 ਦਿਨ ਤੇ ਜਾਂਦਾ, 4 ਦਿਨਾਂ ਬਾਅਦ ਪਤਾ ਲੱਗਦਾ ਇਟਸ ਰੀਲੀ ਇਹ ਤੇ ਬੜੀ ਗਲਤ ਬਾਤ ਆ। ਇਹ ਤੇ ਮੈਨੂੰ ਘਰ ਮਾਂ-ਬਾਪ ਛੱਡਨੇ ਪੈਂਦੇ ਨੇ, ਮਰਜ਼ੀ ਨਾਲ ਇੱਥੇ ਖਾਂਦਾ ਸੀ, ਮਰਜ਼ੀ ਨਾਲ ਉੱਠਦਾ ਸੀ, ਇੱਥੇ ਸਾਰੇ ਮੁਸੀਬਤ ਬਣ ਗਈ। ਉੱਥੇ ਤੇ ਇੱਕ ਗਰੁੱਪ ਆ, ਗਰੁੱਪ ਦੇ ਵਿੱਚ ਅਕੋਰਡਿੰਗ ਟੂ ਟੀਚਰ ਦੀਆਂ ਇੰਸਟਰਕਸ਼ਨਸ ਦੇ ਮੁਤਾਬਕ ਚੱਲਣਾ ਪੈਂਦਾ। ਦੈਟਸ ਵੈਰੀ ਹਾਰਡ। ਸੋ ਉਹ ਚਾਹੁੰਦਾ ਵੀ ਆਈ ਰੀਅਲੀ ਵਾਂਟ ਟੂ ਐਕਚੁਅਲੀ ਗੋ ਇਨ ਦੈਟ ਏਜ। ਭਾਈ ਉੱਥੇ ਤੂੰ ਚਾਹੇ ਵੀ ਤੂੰ ਨਹੀਂ ਜਾ ਸਕਦਾ। You have to accept that detachment ਏਜ ਦੇ ਮੁਤਾਬਕ, ਫਿਰ ਰਿਸ਼ਤਿਆਂ ਦੇ ਮੁਤਾਬਕ, ਕਿਉਂਕਿ ਟ੍ਰਾਂਜੀਸ਼ਨਲ ਹੈ ਸਾਰਾ ਕੁਛ। ਫॉर ए टाइम बीइंग ਆਇਆ ਹੈ, ਉਸ ਤੋਂ ਬਾਅਦ ਉਹਨੇ ਟ੍ਰਾਂਸਫਰ ਹੋ ਜਾਣਾ ਜਾਂ ਤੈਨੂੰ ਟ੍ਰਾਂਸਫਰ ਹੋਣਾ ਪੈਣਾ ਉੱਥੋਂ। ਇਨ ਬਿਨ ਨੇਚਰ ਆਫ ਜੋਬ ਚੇਂਜ ਹੋਏਗੀ, ਨੇਚਰ ਆਫ ਕਲਚਰ ਚੇਂਜ ਹੋਏਗਾ, ਹਰ ਚੀਜ਼ ਬਦਲੇਗੀ। ਜੇ ਬੰਦਾ ਰੈਡੀ ਨਹੀਂ ਹੋਏਗਾ ਫਿਰ ਬੰਦਾ ਡਿਪਰੈਸਡ ਹੋਏਗਾ, ਫਿਰ ਬੰਦਾ ਫਰਸਟ੍ਰੇਸ਼ਨ ਵਿੱਚ ਜਾਏਗਾ। ਜਿਹੜਾ ਇਹ ਚੀਜ਼ ਆ, ਇਹ ਹੈ ਪ੍ਰੈਪਰੇਸ਼ਨ। ਜ਼ਿੰਦਗੀ ਕੀ ਹੈ? ਜ਼ਿੰਦਗੀ ਅਸਲ ਦੇ ਵਿੱਚ ਇਸ ਤਰੀਕੇ ਨਾਲ ਜਿਉਣੀ ਹੈ ਤਾਂ ਕਿ ਜਦੋਂ ਵਿਦਾ ਹੋਣਾ ਆ ਤੇ ਇਹਨੂੰ ਵਧਾਏਗੀ ਪੂਰੀ ਸੀ ਆਫ ਜਦੋਂ ਕਰਨਾ ਹੈ ਅਸੀਂ ਉਦੋਂ ਖੁਸ਼ਨੁਮਾ ਅਹਿਸਾਸ ਵਿੱਚ ਕਰਨਾ ਆ। ਇਨ ਦੈਟ ਟਾਈਮ ਵੀ ਸ਼ੁੱਡ ਹੈਵ ਅ ਫੀਲਿੰਗ ਵੀ ਹੈਵ ਲਿਵਡ ਦਿਸ ਹੋਲ ਲਾਈਫ। If we are still thinking, oh no, ਇਹ ਕਿੱਥੋਂ ਆ ਗਈ, ਇਹ ਤੇ ਜਾਣ ਦਾ ਸਮਾਂ ਕਿੱਥੋਂ ਆ ਗਿਆ, ਮੈਂ ਤੇ ਜੀ ਪੰਡ ਵੀ ਨਹੀਂ ਖੋਲੀ ਆਪਣੀ, then definitely ਬੰਦਾ ਉੱਥੇ ਜਾ ਕੇ ਫਿਰ ਸਟਕ ਆ। ਫਿਰ ਵਿਆਹ ਨਹੀਂ ਹੋਇਆ, ਫਿਰ ਤੇ ਧੱਕੇ ਨਾਲ ਹੀ, ਫਿਰ ਤੇ ਕਿਸੇ ਨੇ ਫੜ ਕੇ ਇਹਨੂੰ ਕਿਹਾ ਵੀ ਜਿਹਨੂੰ ਸਾਹਿਬ ਨੇ ਕਿਹਾ ਸੀਗਾ ਕਿ ਜਦੋਂ ਸਮਾਂ ਆਵੇਗਾ ਉਹ ਤੇ ਉਦੋਂ ਜਿਹੜਾ ਹੈਗਾ ਮਰਨ ਵਰ ਜਿਹੜੀ ਹੈ ਉਸ ਰੂਪ ਦੇ ਵਿੱਚ ਉਹ ਲੈ ਜਾਸੀ ਪ੍ਰਣਾਇਓ, ਪ੍ਰਣਾ ਕੇ ਲੈ ਜਾਏਗਾ ਧੱਕੇ ਦੇ ਨਾਲ। ਉੱਥੇ ਜਿੰਦ ਵਹੁਟੀ ਮਰਨ ਵਾਰ, ਇਸ ਵਹੁਟੀ ਨੂੰ ਧੱਕਾ ਹੋਏਗਾ ਉਹਦੇ ਨਾਲ। ਇੱਥੇ ਸਾਹਿਬ ਨੇ ਕਿਹਾ ਨਾ, ਪੰਡਤ ਪਾਂਦੇ ਆਣ ਪੱਤੀ ਬਹਿ ਵਾਚਾਈ ਹੈ ਬਲਰਾਮ ਜੀ, ਪੱਤੀ ਵਚਾਈ ਮਨ ਵਜੀ ਵਧਾਈ। ਜਿਵੇਂ ਜਿਵੇਂ ਉਹ ਪੱਤਰੀ ਵਾਚੀ ਗਈ, ਸਮਝ ਆਉਂਦੀ ਗਈ, ਮਨ 'ਚ ਵਧਾਈਆਂ ਵੱਜ ਰਹੀਆਂ ਨੇ, ਸ਼ਹਿਨਾਈਆਂ ਵੱਜ ਰਹੀਆਂ ਨੇ, ਖੁਸ਼ਨੁਮਾ ਅਹਿਸਾਸ ਹੈ ਅੰਦਰ। ਇਹ ਹਾਲਾਂਕਿ ਬਾਤ ਇਹ ਵੀ ਹੈ, ਸਟੱਡੀਜ਼ ਇਹ ਦੱਸਦੀਆਂ ਨੇ, ਜਿੰਨਾ ਇੱਕ ਬਾਲਪਨ ਦੇ ਵਿੱਚ ਬੱਚਾ ਮਨ ਕਰਕੇ ਖੁਸ਼ ਹੁੰਦਾ ਆ, ਉਹਨਾਂ ਥੋੜ੍ਹਾ ਜਿਹਾ ਏਜਡ ਮੈਚਿਓਰ ਏਜ ਦਾ ਬੰਦਾ ਨਹੀਂ ਹੁੰਦਾ। ਜੇ ਹੋਰ ਮਿਡਲ ਏਜ ਵਾਲੇ ਪਾਸੇ ਚੱਲ ਜਾਓ ਤੇ ਉਹਨਾਂ ਲੋਕਾਂ ਨੂੰ ਕਈ ਵਾਰੀ ਜੋਕਸ ਵੀ ਜਿਹੜੇ ਨੇ ਉਹ ਵੀ ਅਪੀਲ ਨਹੀਂ ਕਰਦੇ। ਜਦੋਂ ਤੁਸੀਂ ਹੋਰ ਜਿਹੜਾ ਹੈਗਾ ਬਿਲਕੁਲ ਓਲਡ ਏਜ ਵਾਲੇ ਪਾਸੇ ਆ ਜਾਓ, ਉੱਥੇ ਤੇ ਲਾਫਟਰ ਐਕਸਰਸਾਈਜ਼ਸ ਕਰਨੀਆਂ ਪੈਂਦੀਆਂ ਨੇ। There isn't any laughter. There's no actually, there isn't any much laughter at all. ਲਾਫਟਰ ਕਾਹਦਾ ਆ? ਗੋਡੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਕੋਈ ਗੱਲ ਸੁਣਦਾ ਨਹੀਂਗਾ, ਦੁਨੀਆ ਬਦਲ ਰਹੀ ਹੈ, ਸਭ ਕੁਝ ਛੁੱਟ ਰਿਹਾ ਆ, ਖਾਣ ਪਾਣ ਦੀਆਂ ਸਾਰੀਆਂ ਰਿਸਟ੍ਰਿਕਸ਼ਨ ਲੱਗ ਗਈਆਂ ਨੇ, ਜ਼ਿੰਦਗੀ ਦੁਨੀਆ ਭਰ ਦੇ ਅੰਦਰ ਮਲਾਲ ਪਏ ਨੇ, ਜੋ ਕੁਝ ਹੋਣਾ ਕਰਨਾ ਚਾਹੁੰਦਾ ਸੀ ਕੋਈ ਚੀਜ਼ ਹੈ ਨਹੀਂ ਗੀ। ਲਾਫਟਰ ਕਾਹਦਾ ਹੋਏਗਾ? ਹਾਂ, ਫਿਰ ਲਾਫਟਰ ਇਹ ਕਹਿੰਦੇ ਐਕਸਰਸਾਈਜ਼ ਕਰਿਆ ਕਰ, ਫੇਫੜਿਆਂ ਦੀ ਐਕਸਰਸਾਈਜ਼ ਹੋਊਗੀ, ਫਿਰ ਦੁਨੀਆ ਬਨੌਟੀ ਹੱਸਿਆ ਕਰ। ਇਹ ਚੀਜ਼ ਹੋ ਗਈ। ਇਹਦਾ ਮਤਲਬ ਕੋਈ ਵਧਾਈ ਨਹੀਂ ਹੈ, ਵਧਣ ਵਾਲੀ ਗੱਲ ਤੇ ਹੈ ਨਹੀਂ, ਕਮੀ ਕਮੀ ਆ, ਗਮੀ ਗਮੀ ਆ ਸਾਰੀ। ਇੱਥੇ ਗੁਰੂ ਬਾਬਾ ਜੀ ਕਹਿੰਦੇ ਨਹੀਂ, ਕਿਉਂਕਿ ਪੱਤੀ ਵਾਚਾਈ ਮਨ ਵਜੀ ਵਧਾਈ। ਜਿਵੇਂ ਜਿਵੇਂ ਪੱਤਰੀ ਵਾਚ ਕੀਤੀ ਨਾ, ਮਨ 'ਚ ਵਧਾਈਆਂ ਆਉਣੀਆਂ ਸ਼ੁਰੂ ਹੋ ਗਈਆਂ, ਚਾਅ ਖੇੜੇ ਮਲਹਾਰ ਆਉਣਾ ਸ਼ੁਰੂ ਹੋ ਗਿਆ। ਮਤਲਬ ਸਮਝ, ਪੱਤਰੀ ਵਾਚਣ ਦਾ ਮਤਲਬ ਇਹ ਸਮਝ ਡਿਵੈਲਪ ਹੋ ਜਾਣੀ, ਸਾਖਸ਼ਾਤ ਹੋਣੀ ਚੀਜ਼ਾਂ ਦੇ ਵਿੱਚ, ਵਿਜ਼ਨਰੀ ਹੋ ਜਾਣਾ। ਜਦੋਂ ਬੰਦਾ ਵਿਜ਼ਨਰੀ ਹੋਏਗਾ, ਜੀਵਨ ਚਲਦਿਆਂ ਚਲਦਿਆਂ ਮੌਤ ਦੀ ਸਮਝ ਆ ਜਾਏ। ਇਹੀ ਜੀਵਨ ਹੈ ਜਿਹਨੂੰ ਭਗਤ ਜੀ ਨੇ ਕਿਹਾ ਸੀਗਾ ਕਿ ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣਿਆਸ ਕੋਏ, ਐਸੀ ਮਰਨੀ ਜੇ ਮਰੈ ਬਹੁੜ ਨਾ ਮਰਨਾ ਹੋਏ। ਵੀ ਇੱਕ ਆਰਟ ਆ, ਕਲਾ ਆ, ਇਹ ਸਿੱਖਣੀ ਪੈਂਦੀ ਹੈ ਜੀਵਨ ਸਾਰਾ, ਤਾਂ ਜਾ ਕੇ ਪਤਾ ਲੱਗੇਗਾ। ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਿਤ ਲੋਚਨ ਤੇਂਦਰ ਮੁਕਤੇ। ਫਿਰ ਬਾਤ ਬਣੇਗੀ। ਪਿਤਾੰਬਰ ਵਾਂਕੇ ਹਿਰਦੈ ਵਸੈ, ਫਿਰ ਹਿਰਦੇ ਦੀ ਖਿੜਕੀ ਜਿਵੇਂ ਖੋਲੋਗੇ, ਕੁਛ ਹੋਰ ਨਹੀਂ ਗਾ ਅੰਦਰ, ਸਿਰਫ ਪਿਤਾੰਬਰ ਆ, ਸਿਰਫ ਉਹੀ ਸ਼ਵੇਤ ਆਤਮਾ ਹੈ, ਸਿਰਫ ਉਹੀ ਪਰਮ ਪਰਮੇਸ਼ਰ ਆ। ਬਿਲਕੁਲ ਜੀਵਨ ਦੀ ਸੈਲਫ ਕਲੀਨਜਿੰਗ ਹੋ ਚੁੱਕੀ ਹੈ। ਇੱਥੇ ਜਾ ਕੇ ਤੇ ਫਿਰ ਵਧਾਈ ਹੈ,
ਫਿਰ ਚਾਹ ਆ, ਫਿਰ ਖੇੜਾ ਆ, ਫਿਰ ਤੁਸੀਂ ਫੋਕ ਦੇ ਰੰਗ ਨੂੰ ਵੇਖੋ। ਸੌਰੀ ਟੂ ਸੇ, ਸ਼ਾਇਦ ਤੁਹਾਨੂੰ ਥੋੜ੍ਹਾ ਟਿਕਲਿਸ਼ ਲੱਗੇ ਮੇਰੀ ਗੱਲ, ਬਟ ਕਿੱਸਿਆਂ ਦੇ ਵਿੱਚੋਂ ਉਹ ਜਿਵੇਂ ਅਸੀਂ ਪੀਰ ਮੁਰੀਦਾਂ ਪਿਰਹੜੀ ਵਾਲਾ ਭਗਤ ਫਰੀਦ ਜੀ ਦੀ ਭਾਈ ਗੁਰਦਾਸ ਜੀ ਦੀ ਵਾਰ ਪੜ੍ਹਦੇ ਹਾਂ, ਉਹ ਜਿਵੇਂ ਆਸ਼ਕਾਂ ਦਾ ਜ਼ਿਕਰ ਕਰਦੇ ਉਹਦੇ ਵਿੱਚ ਤਾਂ ਕਹਿੰਦੇ ਨੇ ਕਿ ਉਹ ਸੂਫੀਆਂ ਦੀ ਕਾਫੀ ਹੈ ਕਿ ਮੈਂ ਉਹਦਾ ਨਾਂ ਲੈ ਲੈ ਕੇ ਨਾ ਰਾਂਝੇ ਦਾ, ਮੈਂ ਆਪ ਹੀ ਰਾਂਝਾ ਹੋ ਗਈਆਂ। ਹੁਣ ਮਤਲਬ ਇਹ ਕਿ ਹੁਣ ਉਹ ਆਪਣਾ ਵਜੂਦ ਹੀ ਨਹੀਂ ਰਹਿ ਗਿਆ, ਹੁਣ ਉਹਦਾ ਹੀ ਰੂਪ ਰਹਿ ਗਿਆ ਆ, ਜਿਹਨੂੰ ਭਗਤ ਕਬੀਰ ਜੀ ਨੇ ਬਿਲਕੁਲ ਰੂਹਾਨੀ ਤੌਰ 'ਤੇ ਲਿਆਂਦਾ, ਜਦੋਂ ਬਿਲਕੁਲ ਮਤਲਬ ਮਜਾਜੀ ਤੋਂ ਕੱਢ ਕੇ ਹਕੀਕੀ 'ਚ ਲੈ ਆਏ। ਕਬੀਰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਹੁਣ ਤੇ ਬਸ ਤੂੰ ਹੀ ਤੂੰ ਆ, ਹੂੰ ਤੇ ਹੈ ਹੀ ਨਹੀਂਗਾ ਕੁਛ ਵੀ। ਸੋ ਇੱਥੇ ਜ਼ਿਕਰ ਇਹ ਆ ਰਿਹਾ ਕਿ ਜਦੋਂ ਬਾਤ ਬਣ ਗਈ ਪੱਤੀ ਵਾਚਾਈ, ਮਨ ਵਜੀ ਵਧਾਈ, ਜਬ ਸਾਜਨ ਸੁਣੇ ਕਰ ਆਏ, ਜਦੋਂ ਇਹ ਸੁਣਨ ਲੱਗ ਗਿਆ ਸੱਜਣ ਘਰ ਆ ਕੇ ਆਇਆ। ਇੱਕ ਚੀਜ਼ ਹੋਰ ਦੇਖ ਲੈਣੀ, ਰਿਸ਼ਤੇ ਲੋਕੀ ਬਾਹਰੋਂ ਪੱਲਾ ਫੜਾਉਂਦੇ, ਲਿਟਰਲੀ ਤੌਰ 'ਤੇ ਪੱਲੇ ਬੰਨ੍ਹਦੇ, ਕੁਝ ਕਲਚਰ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ, ਕੁਝ ਕਲਚਰ 'ਚ ਹੱਥ ਫੜਦੇ ਇਸ ਤਰੀਕੇ ਨਾਲ। ਫਿਜ਼ੀਕਲ ਤੌਰ 'ਤੇ ਜਿਹੜਾ ਹੱਥ ਫੜਨਾ ਜਾਂ ਪੱਲਾ ਫੜਾਉਣਾ ਜਾਂ ਪੱਲਾ ਫੜਨਾ ਆ, ਇਹ ਤਾਂ ਜਸਟ ਇੱਕ ਰਿਚੁਅਲ ਆ। ਜਿਹੜਾ ਅਸਲ ਵਿੱਚ ਪੱਲਾ ਉਹ ਤੇ ਸੁਰਤ ਨੇ ਫੜਨਾ ਹੈ ਇੱਕ ਦੂਜੇ ਦਾ। ਜਦੋਂ ਇੱਕ ਦੂਜੇ ਦੇ ਜ਼ਿਹਨ ਦੇ ਵਿੱਚ ਜਦੋਂ ਪਤਾ ਲੱਗ ਗਿਆ ਕਿ ਮੇਰੀ ਜ਼ਿੰਦਗੀ ਦਾ ਦੂਜਾ ਪਹਿਲੂ ਹੋਣਾ ਹੀ ਹੈ, ਦੋ ਤੋਂ ਇੱਕ ਹੋ ਗਏ, ਇੱਕ ਸਿੱਕਾ ਹੋ ਗਿਆ। ਹੁਣ ਕੋਈ ਚੱਕੇਗਾ ਇੱਕ ਪਾਸੇ ਮੈਂ ਦਿਸਾਂਗਾ, ਦੂਜੇ ਪਾਸੇ ਦੂਸਰਾ ਹੀ ਰਿਫਲੈਕਟ ਕਰੇਗਾ, ਜੇ ਦੂਸਰੇ ਪਾਸੇ ਪਹਿਲੇ ਪਾਸੇ ਮੈਂ ਰਿਫਲੈਕਟ ਕਰਾਂਗਾ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਆਂ ਸੋਏ। ਮਤਲਬ ਇਹ ਜੋਤ ਇੱਕ ਹੋ ਗਈ ਆ। ਹੁਣ ਜੀਵਨ ਜਿਹਨੂੰ ਅਸੀਂ, ਮੈਂ ਕਈ ਵਾਰ ਇਸ ਤਰ੍ਹਾਂ ਬਿਆਨ ਕਰਦਾ ਹਾਂ ਕਿ ਜਾ ਕੇ ਲਾਵਾਂ 'ਚ ਡਿਟੇਲ 'ਚ ਬਿਆਨ ਕਰਾਂਗਾ, ਪਰ ਚਲੋ ਮੌਲਿਕ ਰੂਪ ਵਿੱਚ ਜਿਹੜੀ ਬੇਨਤੀ ਕਰ ਰਿਹਾ ਸੀ ਕੋਈ ਫੋਕਸ ਰੱਖਾਂ। ਸਾਹਿਬ ਨੇ ਇਹਦੇ 'ਚ ਬਿਆਨ ਕੀਤਾ ਕਿ ਜਬ ਸਾਜਨ ਸੁਣੇ ਕਰ ਆਏ, ਹੁਣ ਜਦੋਂ ਘਰ ਦੇ ਵਿੱਚ ਅੰਦਰੋਂ ਸੱਜਣ ਹੀ ਬੋਲਦਾ ਆ, ਇੱਕ ਦੋ ਜਿਹੜੇ ਸਰੀਰ ਨੇ ਉਹ ਹਮ ਜ਼ਬਾਨ ਹੋ ਗਏ ਨੇ, ਉਹਨਾਂ ਦੇ ਵਿੱਚ ਹਮ ਖਿਆਲੀਅਤ ਹੋ ਗਈ ਹੈ, ਸਾਂਝ ਇਹ ਰਹਿ ਗਈ ਹੈ। ਹੁਣ ਮਤਲਬ ਖਿਆਲ ਦੋ ਨਹੀਂ ਗਏ, ਇੱਕ ਖਿਆਲ ਹੀ ਚੱਲ ਰਿਹਾ ਦੋਵਾਂ ਦੇ ਵਿੱਚ। ਸੋ ਹੈ ਸਾਜਨ ਸੁਣੇ ਕਰ ਆਏ। ਤਿੱਥੇ ਉਸ ਕਰਤਾਰੀ ਹਸਤੀ ਦਾ ਇਤਨਾ ਜ਼ਿਕਰ ਜੀਵਨ ਦੇ ਵਿੱਚ ਆ ਗਿਆ, ਸੁਰਤ 'ਚ ਆ ਗਿਆ। ਹੁਣ ਉਹੀ ਅੰਦਰ ਬੋਲਦਾ, ਹੁਣ ਉਹੀ ਅੰਦਰ ਧੜਕ ਰਿਹਾ ਹੈ। ਗੁਣੀ ਗਿਆਨੀ ਬਹਿ ਮਤਾ ਪਕਾਇਆ। ਗੁਣੀ ਗਿਆਨੀ ਜਿਹੜਾ ਮਤਾ ਪਕਾਉਣਾ ਆ, ਮਤਲਬ ਇੱਕ ਫਾਈਨਲ ਮਤ ਬਣਾਉਣਾ, ਸਾਂਝ ਕਰਕੇ ਇੱਕ ਕਿਸੇ ਡਿਸੀਜ਼ਨ ਮੇਕਿੰਗ ਲੈਵਲ 'ਤੇ ਆ ਜਾਣਾ, ਜਿਹਨੂੰ ਅਸੀਂ ਮਤਦਾਨ ਵੀ ਕਹਿੰਦੇ ਹਾਂ, ਜਿਹਨੂੰ ਵੋਟਿੰਗ ਜਾਂ ਉਸ ਕਿਸਮ ਦੀ ਬਾਤ ਤੁਸੀਂ ਪੜ੍ਹਦੇ ਹੋ ਕਈ ਵਾਰੀ। ਹੁਣ ਇਹਦੇ ਜਿਹੜੀ ਚੀਜ਼ ਆ, ਇਹਦੇ 'ਚ ਦੋ ਰੂਪ ਨੇ। ਇੱਕ ਤੇ ਮਤ ਹੁੰਦਾ ਕਿ ਕਿਸੇ ਨੂੰ ਮਤ ਦੇਣੀ, ਕਿਸੇ ਨੂੰ ਡਿਸੀਜ਼ਨ ਮੇਕਰ ਦੇ ਤੌਰ 'ਤੇ ਐਜ਼ ਏ ਰਿਪਰੈਜ਼ੈਂਟੇਟਿਵ ਚੂਜ਼ ਕਰ ਲੈਣਾ। ਇੱਕ ਹੁੰਦਾ ਇੱਕ ਫਾਈਨਲ ਡਿਸੀਜ਼ਨ 'ਤੇ ਪਹੁੰਚ ਜਾਣਾ। ਸੋ ਇਹ ਹੈ ਕਿਆ ਗੁਣੀ ਗਿਆਨੀ ਬਹਿ ਮਤਾ ਪਕਾਇਆ। ਉਹਨਾਂ ਨੇ ਬਹਿ ਕੇ ਇੱਕ ਫਾਈਨਲ ਡਿਸੀਜ਼ਨ ਬਣਾਇਆ ਉਸ ਰੂਪ ਦੇ ਵਿੱਚ। ਹੁਣ ਇਹ ਸਾਡੇ ਘਰ ਦੇ ਵਿੱਚ ਤੇ ਬਹੁਤ ਐਕਚੁਅਲੀ ਰੀਅਲ ਡੈਮੋਕ੍ਰੇਸੀ ਦੀ ਗੱਲ ਵੀ ਹੈ। ਮੈਂ ਉਸ ਦਿਨ ਬੇਨਤੀ ਕੀਤੀ ਸੀ, ਸਮ ਟਾਈਮ ਪੀਪਲ ਆਸਕ ਮੀ ਭਾਈ ਸਾਹਿਬ ਆਰ ਯੂ ਕੈਪੀਟਲਿਸਟ ਔਰ ਕਮਿਊਨਿਸਟ, ਤੇ ਮੈਂ ਕਹਿੰਦਾ ਮੈਂ ਮਿਲਗੋਬਾ ਵਾਂ। ਮੈਂ ਐਕਚੁਅਲ ਲੈਵਲ 'ਤੇ ਸੋਸ਼ਲ ਡੈਮੋਕ੍ਰੈਟਿਕ ਸਿਸਟਮ ਨੂੰ ਲਾਈਕ ਕਰਦਾ, ਸੋਸ਼ਲ ਡੈਮੋਕ੍ਰਿਸਟ ਹੈਗਾ ਮੈਂ। ਸੋਸ਼ਲ ਡੈਮੋਕ੍ਰੇਸੀ ਦੇ ਵਿੱਚ ਬਲੀਵ ਕਰਦਾ ਹਾਂ, ਕਿਉਂਕਿ ਗੁਰਮਤਿ ਦਾ ਕਨਸੈਪਟ ਇਹ ਹੈ, ਹੰਨੇ ਹੰਨੇ ਮੇਰੀ ਹੈ, ਸਭ ਦੇ ਵਿਕਾਸ ਵਿੱਚ ਆਪਣਾ ਵਿਕਾਸ ਹੈ, ਅਤੇ ਉਹ ਹਰ ਲੈਵਲ 'ਤੇ ਹੈ। ਇਹ ਜਿਹੜਾ ਜ਼ਿਕਰ ਆ ਰਿਹਾ ਹੈਗਾ ਕਿ ਜਿਹੜੀ ਰਾਏ ਵੀ ਹੈ, ਮੈਂ ਉਹ ਰਾਏ ਪੁਗਾਵਾਂ ਜਿਹੜੀ ਰਾਏ ਯੂਨੀਵਰਸਲ ਆ, ਮਨਮਤੀਆ ਨਾ ਬਣ ਜਾਵਾਂ। ਪਰ ਕਿਸੇ ਇਕੱਲੇ ਦੀ ਮਤ ਮੈਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ? ਇਸ ਕਰਕੇ ਸਾਡੇ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖ ਬੈਠ ਗਏ। ਗੁਣੀ ਗਿਆਨੀ ਬਹਿ ਮਤਾ ਪਕਾਇਆ। ਗ੍ਰੰਥ ਸਾਹਿਬ ਪੜ੍ਹ ਕੇ ਵਿਆਹ ਐਵੇਂ ਨਹੀਂ ਕੀਤਾ ਜਾਂਦਾ। ਰੂਹਾਨੀ ਤੌਰ 'ਤੇ ਸਾਡਾ ਵਿਆਹ ਇਹਦੇ ਜ਼ਰੀਏ ਹੋਣਾ ਹੈ।
ਗੁਣੀ ਗਿਆਨੀਆਂ ਨੇ ਬਹਿ ਕੇ ਇੱਕ ਮਤਾ ਪਕਾਇਆ ਆ, ਇੱਕ ਮਤ ਹੋ ਕੇ ਇੱਕ ਫਾਈਨਲ ਡਿਸੀਜਨ ਬਣਾਇਆ ਇਸ ਰੂਪ ਦੇ ਵਿੱਚ। ਬੱਚੀ ਨੂੰ ਜਦੋਂ ਇੱਕ ਫਾਈਨਲ ਟੱਚ ਦੇ ਕੇ ਗੱਲਾਂ ਸਮਝਾਈਂਦਾ, ਸਾਰੇ ਆਪ ਆਪਣੀ ਐਡਵਾਈਸ ਕਰਦੇ, ਆ ਕਰ ਲਿਆ ਕਰ ਲਈ, ਫਿਰ ਉਹ ਕਹਿੰਦੇ ਨਹੀਂ ਨਹੀਂ, ਸਾਰੇ ਨਿਚੋੜ ਕੱਢ ਕੇ ਆਹ ਗੱਲਾਂ ਤੂੰ ਪਕੜ ਲੈ ਤੇ ਇਹੀ ਤੇਰੇ ਕੰਮ ਆਉਣਗੀਆਂ ਬਸ। ਐਗਜ਼ੈਕਟਲੀ ਜਿਹੜੀ ਹੈ ਇਹ ਚੀਜ਼ ਜਦੋਂ ਪੱਕੇ ਤੌਰ ਤੇ ਸੁਰਤ ਨੇ ਪਕੜ ਲਈ। ਇੱਥੇ ਇਸੇ ਕਰਕੇ ਬਾਣੀ ਦਾ ਜਿਹੜਾ ਵਿਸ਼ਵਾਸ ਆ ਉਹ ਅੰਤਮ ਵਿਸ਼ਵਾਸ ਆ। ਕਿਆ ਇਹ ਜੋ ਕਹਿਤਾ ਬਾਣੀ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਸਤ ਬਚਨ ਇਹ ਸੱਤ ਹੀ ਹੈ। ਇੱਥੇ ਕਿਆ ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤਤ ਦਿਵਾਏ, ਤਤਕਾਲ, ਫਿਰ ਦੇਰ ਹੀ ਨਹੀਂ ਲੱਗੀ, ਫਿਰ ਫੇਰੇ ਹੋ ਗਏ। ਫਿਰ ਇਸ ਕਲਚਰ ਦੀ ਇਹ ਵੀ ਗੱਲ ਆ, ਕਈ ਵਾਰੀ ਮੁਕਲਾਵਾ ਨਹੀਂ ਤੋਰਿਆ ਜਾਂਦਾ। ਬਾਣੀ ਕਹਿੰਦੇ ਸਭ ਜਿਹੜਾ ਹੈਗਾ ਸਭ ਨਹੀਂ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ, ਮੁਕਲਾਵਾ ਸਭ ਦਾ ਤੁਰਨਾ। ਪਰ ਕਈ ਵਾਰੀ ਮੁਕਲਾਵਾ ਨਹੀਂ ਤੁਰਦਾ, ਮੁਕਲਾਵਾ ਬਹੁਤ ਬਾਅਦ ਹੀ ਤੁਰਦਾ, ਫੇਰੇ ਪਹਿਲਾਂ ਹੋ ਜਾਂਦੇ। ਮਤਲਬ ਇੱਕ ਕਮਿਟਮੈਂਟ ਪਹਿਲੇ ਹੋ ਗਿਆ। ਇੱਥੇ ਗੁਰੂ ਸਾਹਿਬ ਕਹਿੰਦੇ ਜੀਵਨ ਜੀਂਦੇ ਇਹ ਕਮਿਟਮੈਂਟ ਹੋ ਗਿਆ, ਐਕਸੈਪਟ ਕਰ ਲਿਆ ਜੀਵਨ ਕਿਸ ਲਹਿਜ਼ੇ ਨਾਲ ਜੀਣਾ ਆ, ਕੌਣ ਮੇਰਾ ਸੱਜਣ ਆ, ਮੈਂ ਕਿਹਨੂੰ ਸਮਰਪਿਤ ਆ ਅਸਲ ਦੇ ਵਿੱਚ। ਫਿਰ ਕਲਬੂਤ ਤੁਰਦਾ ਫਿਰਦਾ ਉਹਦੀ ਹੂਕ ਵਿੱਚ ਹੀ ਹੈ। ਇੱਥੋਂ ਫਿਰ ਸ਼ਹੀਦ ਪੈਦਾ ਹੁੰਦੇ ਨੇ, ਇੱਥੋਂ ਫਿਰ ਆਲਮੀ ਮੁਰੀਦ ਪੈਦਾ ਹੁੰਦੇ ਨੇ, ਇੱਥੋਂ ਫਿਰ ਉਹ ਜਿਹੜੀ ਹੈ ਉਹ ਜਿਹੜੀ ਅਸਲ ਦੇ ਵਿੱਚ ਜਿਹਨੂੰ ਕਹਿ ਲਓ ਕਿ ਇੱਕ ਹਾਇਰ ਲੈਵਲ ਦੀ ਜਿਹੜੀ ਇੱਕ ਯਜ਼ੀਦ ਬਾਤ ਆ, ਉਹ ਫਿਰ ਸੁਰਤ 'ਚ ਉਤਰਦੀ ਉਸ ਤਰੀਕੇ ਦੇ ਨਾਲ। ਇੱਥੇ ਗੁਰੂ ਸਾਹਿਬ ਨੇ ਬਿਆਨ ਕੀਤਾ ਆ, ਮਹਾਰਾਜ ਕਹਿੰਦੇ ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤਤ ਦਿਵਾਏ, ਵਰ ਪਾਇਆ ਪੁਰਖ ਅਗਮ ਅਗੋਚਰ। ਇਹ ਕਿਹੜੇ ਵਰ ਦੀ ਗੱਲ ਹੋ ਰਹੀ ਹੈ ਮਹਾਰਾਜ? ਵਰ ਪਾਇਆ ਪੁਰਖ, ਪਰੁਚਿਆ ਹੋਇਆ, ਅਗਮ ਅਗੋਚਰ, ਜਿਹਦੇ ਆਮ ਇੰਦਰੀਆਂ ਕਰਕੇ ਪਹੁੰਚ ਨਹੀਂ ਸੀ ਹੋ ਸਕਦੀ। ਇਹ ਸੱਚਾਈ ਹੈ। ਜਿਸ ਰੱਬ ਨੂੰ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਬਾਣੀ ਸਾਨੂੰ ਬਿਆਨ ਕਰਦੀ ਹੈ, ਉਹ ਅੱਖਾਂ ਦਾ ਮਜ਼ਮੂਨ ਨਹੀਂ ਗਾ, ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਉਹ ਇਹ ਮਜ਼ਮੂਨ ਨਹੀਂ ਗਾ। ਉਹ ਮਜ਼ਮੂਨ ਹੈ ਨਾਨਕ ਸੇ ਅਖੜੀਆਂ ਬੇਅਨ ਜਿੰਨੀ ਡਿਸੰਦੋ ਮਾਂ ਪੀਰੀ। ਜਿਹਨੂੰ ਉਸ ਮਾਂ ਪੀਰੀ ਨੂੰ ਵਾਚਣਾ ਹੈ ਨਾ, ਜਿਹਨੂੰ ਨਿਹਾਰਨਾ ਆ, ਉਹ ਅੱਖਾਂ ਇਹ ਹੈ ਨਹੀਂ ਗੀਆਂ। ਇਸੇ ਲਈ ਜਿਹੜਾ ਸਮਾਧੀ ਦਾ ਗੈਸਚਰ ਆ ਉਹ ਅੱਖਾਂ ਮੂੰਦ ਕੇ ਹੈ। ਨੇਤਰ ਮੂੰਦਿਆਂ ਦੇ ਵਿੱਚ ਬੰਦਾ ਜਿਹੜਾ ਅੰਦਰ ਸੁਰਤਿਆਬ ਹੁੰਦਾ ਉਸ ਰੂਪ ਦੇ ਵਿੱਚ। ਇੱਥੇ ਜ਼ਿਕਰ ਆ ਰਿਹਾ ਹੈ ਕਿਆ ਕਿ ਵਰ ਪਾਇਆ ਪੁਰਖ ਅਗਮ ਅਗੋਚਰ, ਸਦ ਨਵਤਨ ਬਾਲ ਸਖਾਈ। ਬਾਲ ਸਖਾਈ ਛੋਟੇ ਹੁੰਦੇ, ਛੋਟੀ ਛੋਟੀ ਬੱਚੀਆਂ ਨੂੰ ਇਹਨਾਂ ਮੁਲਕਾਂ 'ਚ ਬਾਰਬੀ ਸਟੋਰੀਜ਼ ਦੇਖਦੇ ਹੋ, ਬਹੁਤ ਕੁਝ ਐਸਾ ਦੇਖਦੇ ਹੋ, ਕਿਉਂਕਿ ਹਾਰਮੋਨਸ ਨੇ, ਹਾਰਮੋਨ ਜਨਰੇਟ ਹੁੰਦੇ ਨੇ, ਹਾਰਮੋਨਸ ਦੇ ਜਿਹੜਾ ਜ਼ੋਰ ਪੈਂਦਾ, ਫਿਰ ਅੰਦਰ ਖਿਆਲ ਪਨਪਦੇ ਨੇ, ਖਿਆਲਾਂ ਦੇ ਵਿੱਚ ਇੱਕ ਤਸਵੀਰ ਬਣਦੀ ਹੈ ਕਿ ਮੇਰੀ ਖਾਸ਼ ਰੱਖਣ ਵਾਲਾ, ਮੇਰਾ ਖਾਵੰਦ ਕਿਹੋ ਜਿਹਾ ਹੋਏਗਾ। ਤੇ ਫਿਰ ਉਹ ਜਿਹੋ ਜਿਹਾ ਪਹਿਲੇ ਦਿਨ ਚਿਤਰਿਆ ਹੋਏਗਾ, ਮਿਲੇਗਾ, ਅਖੀਰ ਤੱਕ ਉਹ ਉਸੇ ਤਰ੍ਹਾਂ ਦਾ ਨਵਤਨ ਰਹੇਗਾ। ਐਵੇਂ ਨਹੀਂ ਹੋਏਗਾ ਕਿ ਪਹਿਲੇ ਦਿਨ ਜਾਂ ਪਹਿਲੀ ਮੁਲਾਕਾਤ ਵਿੱਚ ਤੇ ਕੁਛ ਹੋਰ ਸੀਗਾ। ਸੌਰੀ ਟੂ ਸੇ, ਜੇ ਅੱਜ ਦੇ ਕਲਚਰ 'ਚ ਕਹਾਂ, ਵੈਨ ਐਕਚੁਅਲੀ ਸਮਟਾਈਮ ਸਪੈਸ਼ਲੀ girl complains, they say when he was boyfriend he was so good, now he's my husband and now he is not listening me at all। ਮਤਲਬ ਵੀ ਉਹ ਨਵਤਨ ਨਹੀਂ ਰਹਿ ਗਿਆ। ਇੱਥੇ ਸਾਹਿਬ ਕਹਿੰਦੇ ਉਹ ਹਮੇਸ਼ਾ ਉਹੋ ਜਿਹੀ ਹੈ, ਅਗੋਚਰ ਸਦ ਨਵਤਨ ਬਾਲ ਸਖਾਈ। ਜਿਵੇਂ ਦਾ ਬਾਲ ਸਖਾਈ ਸੋਚਿਆ ਸੀ ਉਸੇ ਤਰੀਕੇ ਦਾ ਹੀ ਫਿਰ ਨਵਤਨ ਅਖੀਰ ਤੱਕ ਰਿਹਾ। ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਇਹ ਨਾਨਕ ਉਹ ਕਿਰਪਾ ਦੇ ਘਰ ਵਿੱਚ ਆ ਕੇ ਮਲਾਪ ਪਾਉਂਦਾ ਤੇ ਫਿਰ ਵਿਛੜ ਕਦੇ ਨਾ ਜਾਏ। ਤੇ ਉਹਦਾ ਇੱਕ ਵਾਰੀ ਮਲਾਪ ਹੋ ਜਾਏ, ਜਿਹਨੂੰ ਸਾਹਿਬ ਨੇ ਕਿਹਾ ਸੀ ਸਖੀ ਵਸ ਆਇਆ ਫਿਰ ਛੋੜ ਨਾ ਜਾਹੀ, ਇਹ ਰੀਤ ਭਲੀ ਭਗਵੰਤੇ। ਉਸ ਭਗਵੰਤ ਦੇ ਘਰ ਦੀ ਰੀਤ ਜਿਹੜੀ ਹੈ ਨਾ, ਰਹੋ ਰੀਤ ਜਿਹੜੀ ਉਹਦੀ ਖਾਸ ਕਰਕੇ ਜੀਵਨ ਜੀਣ ਦਾ ਢੰਗ ਤਰੀਕਾ ਆ ਉਹਦਾ, ਉਹ ਐਸਾ ਆ ਇੱਕ ਵਾਰੀ ਬਾਂਹ ਫੜ ਲੈ ਮੁੜ ਕੇ ਛੱਡਦਾ ਨਹੀਂ। ਉਹ ਫਿਰ ਬਿਲਕੁਲ ਜਿਹੜਾ ਆ ਉਹ ਆਪਣੇ ਨਾਲ ਆਪਣਾ ਪ੍ਰਣਾ ਲੈਂਦਾ ਆ। ਸਭ ਰਹਿਮਤ ਕਰਨ ਐਸੇ ਅਲਾਹੀ ਬਚਨਾਂ ਚੋਂ ਅਸੀਂ ਗੁਰਮਤੀ ਹੋ ਕੇ ਸੋਝੀ ਲੈ ਸਕੀਏ, ਇਸ ਵਿਵਾਹ ਦੇ ਰੂਹਾਨੀ ਵਿਆਹ ਦੇ ਰੰਗ ਨੂੰ ਅਸੀਂ ਮਾਣ ਸਕੀਏ। ਅਗਲਾ ਬਚਨ ਲਾਵਾਂ ਦੇ ਪਾਠ ਦਾ ਤੇ ਉਹਦੀ ਵਿਆਖਿਆ ਨੂੰ ਮਾਣਾਂਗੇ ਅਸੀਂ। ਅੱਜ ਵਾਸਤੇ ਇੰਨੀਆਂ ਬੇਨਤੀਆਂ ਨਾਲ ਖਿਮਾ। ਇੱਕ ਵਾਰ ਫਿਰ ਧਰਤੀ ਦੇ ਸਭ ਤੋਂ ਵੱਡੇ ਕੋਲ ਮਨੁੱਖੀ ਹਕੂਕਾਂ ਵਾਸਤੇ ਤੇ ਜਿਹੜਾ
ਲੇਮੈਨ ਆ, ਕੋਮਨ ਮੈਨ ਆ, ਉਹਦੀ ਪਹਿਚਾਣ ਨੂੰ, ਉਹਦੀ ਹੋਂਦ ਨੂੰ ਬਚਾਉਣ ਵਾਸਤੇ, ਜ਼ਮੀਨ ਦੇ ਨਾਲ ਜੁੜੇ ਹੋਏ ਲੋਕਾਂ ਨੂੰ, ਉਹਨਾਂ ਦੀ ਹੋਂਦ ਨੂੰ ਅਹਿਸਾਸ ਉਹਦਾ ਮਰ ਨਾ ਜਾਏ, ਉਹਦੇ ਵਾਸਤੇ ਜੂਝ ਰਹੇ ਸਾਡੇ ਸਮੂਹ ਕਿਰਸਾਨ ਵੀਰਾਂ ਭੈਣਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਹੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।